वाली पग सारे दुख तोड़ दी। सिर उत्ते वीर नूं सजाओ पगड़ी, विरसे तो टुटे फेर नाल जोड़ दी। इज्जतां दी हुंदी प्रतीक पगड़ी, पग बिना तेरा सत्कार रहना नहीं। पग नाल हुंदी पूरी ढाल जग ते, पग बिना किसे सरदार कहना नहीं। पग नाल जग युद्ध हुंदियां सलामां, पग बिना किसे सरदार कहना नहीं। हीरा दा आखिर हीरा है, मुल पैंदा कदे भी कजदा नहीं। ओ लख दुनिया भावें सोहणी है, पर सरदार जिहा कोई जजदा नहीं। पग बन्निया ते बंदा किंग लगदा, रस्मे गुरां दा पूरा सिंह लगदा। हर एक दिल ताईं टच करदा, देखणे नूं सिंह पूरा एंड लगदा। केस कटवा के फेक हीरो बनदे, पग बिना मुखड़े ते रोब रहना नहीं। पग नाल हुंदी पूरी ढाल जग ते, पग बिना किसे सरदार कहना नहीं। पग नाल जग युद्ध हुंदियां सलामां, पग बिना किसे सरदार कहना नहीं। ਭਾਗਾਂ ਵਾਲਾ ਸੀਸ ਜਿੱਤੇ ਤਾਜ ਟਿਕਦਾ, ਪੱਗ ਨੂੰ ਬਚਾਉਣ ਲਈ ਜ਼ਮੀਂਦਾ ਲਿਖਦਾ। ਵੱਖਰੀ ਹੀ ਸ਼ੇਰ ਦੀ ਪਛਾਣ ਹੁੰਦੀ ਏ, ਲੱਖਾਂ ਵਿੱਚੋਂ ਖੜਾ ਸਰਦਾਰ ਦਿਸਦਾ। ਪੱਗਾਂ ਵਾਲਿਆਂ ਨੇ ਸਦਾ और दूसरे ग्रुप का जो मुकाबला है, उन्होंने दूसरे ग्रुप के जो बच्चों ने भाग लिया जी, अपने 13 साल तो लैके 17 साल तक के बच्चों के मुकाबले हुए हैं। सो इन्हों भी बच्चों ने बहुत सोहनिया दस्तारां सजाइया ने। सो जो तीसरा ग्रुप है वो हले बाकी है। सो उन्होंने नतीजों तो बाद सारे बच्चों के नतीजे इकट्ठे दसे जाएंगे। सो ये दूसरा ग्रुप का हुण मुकाबला होया है। जो तीसरे ग्रुप का मुकाबला होने जा रहा है, वो आप जी के नाल अगे सांझ पाउण लगे हैं जी। ਬਾਜਾਂ ਵਾਲੇ ਗੁਰਾਂ ਦੀ ਮਹਾਨ ਕਿਰਪਾ, ਦਿੱਤੀਆਂ ਜੋ ਸਾਨੂੰ ਸੂਰਤਾਂ ਨਿਹਾਰੀਆਂ। ਬੰਦ ਬੰਦ ਭਾਵੇਂ ਕਟਵਾਏ ਆਪਣੇ, ਰੱਖੀਆਂ ਨੇ ਕਾਇਮ ਸਿੰਘਾਂ ਸਰਦਾਰੀਆਂ। ਊੜੇ ਅਤੇ ਜੂੜੇ ਨੂੰ ਸੰਭਾਲੋ ਵੀਰ ਨੂੰ, ਸਿੱਖੀ ਵਾਲਾ ਜੱਗ ਤੇ ਵਜੂਦ ਰਹਿਣਾ ਨਹੀਂ। ਪੱਗ ਨਾਲ ਹੁੰਦੀ ਪੂਰੀ ਢਾਲ ਜੱਗ ਤੇ, ਪੱਗ ਬਿਨਾ ਕਿਸੇ ਸਰਦਾਰ ਕਹਿਣਾ ਨਹੀਂ। ਪੱਗ ਨਾਲ ਜੱਗ ਯੁੱਧ ਹੁੰਦੀਆਂ ਸਲਾਮਾਂ, ਪੱਗ ਬਿਨਾ ਕਿਸੇ ਸਰਦਾਰ ਕਹਿਣਾ ਨਹੀਂ। ਪੱਗ ਜਿੰਨੀ ਠੌਰ ਨਹੀਂ ਉਹ ਕਿਸੇ ਹੋਰ ਦੀ, ਵੇਚਾਂ ਵਾਲੀ ਪੱਗ ਸਾਰੇ ਦੁੱਖ ਤੋੜਦੀ। ਸਿਰ ਉੱਤੇ ਵੀਰ ਨੂੰ ਸਜਾਓ ਪਗੜੀ, ਵਿਰਸੇ ਤੋਂ ਟੁੱਟੇ ਫੇਰ ਨਾਲ ਜੋੜਦੀ। ਇੱਜ਼ਤਾਂ ਦੀ ਹੁੰਦੀ ਪ੍ਰਤੀਕ ਪਗੜੀ, ਪੱਗ ਬਿਨਾ ਤੇਰਾ ਸਤਕਾਰ ਰਹਿਣਾ ਨਹੀਂ। ਪੱਗ ਨਾਲ ਹੁੰਦੀ ਪੂਰੀ ਢਾਲ ਜੱਗ ਤੇ, ਪੱਗ ਬਿਨਾ ਕਿਸੇ ਸਰਦਾਰ ਕਹਿਣਾ ਨਹੀਂ। ਪੱਗ ਨਾਲ ਜੱਗ ਯੁੱਧ ਹੁੰਦੀਆਂ ਸਲਾਮਾਂ, ਪੱਗ ਬਿਨਾ ਕਿਸੇ ਸਰਦਾਰ ਕਹਿਣਾ ਨਹੀਂ। ओ हीरा दा आखिर हीरा है, मुल पैंदा कदे भी कजदा नहीं।
ਪੁਆਇੰਟ ਹੈ? 4 ਪੁਆਇੰਟ ਦਾੜੀ ਕੱਟੀ ਵਾਲਾ ਤਾਂ ਹੋ ਗਿਆ ਕਿਤੇ। ਤਾਂ ਪੱਗ ਦੀ ਗ੍ਰੇਸ ਹੋ ਗਈ। ਹਾਂਜੀ ਹਾਂਜੀ। ਦੂਜਾ ਤੁਹਾਡਾ ਗੁਰਬਾਣੀ ਦੇ ਹਾਂਜੀ, ਹਾਂਜੀ। ਫਟਣਾ ਹੋਰ ਕੀ ਹੈ? ਹੋਰ ਵੀਰੇ ਆਪਣੇ ਜਿਹੜੇ ਬਾਕੀ ਆਪਾਂ ਰਹਿਤ ਮਿਲਣ ਦੇ ਕਿੰਨੇ ਅੰਮ੍ਰਿਤ ਛਕਿਆ ਹੋਇਆ ਹੈ, ਜਿਹੜਾ ਮੇਨ ਪੁਆਇੰਟ ਹੁੰਦਾ ਵੀ ਆਪਾਂ ਦਸਤਾਰ ਸਜਾ ਰਹੇ ਹਾਂ, ਜਿੱਥੇ ਆਪਾਂ ਗੁਰੂ ਦੇ ਨਾਲ ਜੁੜੇ ਹਾਂ ਨਾ, ਉਹ ਵੀ ਦੇਖਣਾ ਆਪਾਂ। ਹਾਂਜੀ। ਤੇ ਚੌਥਾ ਪੁਆਇੰਟ ਜਿਵੇਂ ਹੁਣ ਲੜ ਰਿਹਾ ਸੀ ਪੱਗ ਦਾ, ਇਹ ਜਿਵੇਂ ਟਾਈਮ ਤੋਂ ਉੱਪਰ ਲੰਘ ਗਈ, ਉਹ ਚੀਜ਼ ਹੋ ਗਈ। ਠੀਕ ਹੈ। ਹੋ ਗਿਆ। ਹਾਂਜੀ। ਬਸ ਇਹ 3-4 ਰੂਲ ਨੇ ਜੀ। ਆਪਾਂ ਨੂੰ ਪਹਿਲਾਂ ਗੁਰਬਾਣੀ ਬਾਰੇ ਪੁੱਛ ਲੈਂਦੇ ਹਾਂ ਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਜਪਜੀ ਸਾਹਿਬ ਹੈ, ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਜਿਹਦੇ ਵਿੱਚ ਸਤਿਗੁਰਾਂ ਨੇ ਇੱਕ ਜ਼ਿਕਰ ਕੀਤਾ ਹੈ ਕਿ ਲੱਖਾਂ ਹੀ ਚੋਰ ਨੇ, ਲੱਖਾਂ ਹੀ ਹਰਾਮਖੋਰ ਨੇ। ਉਹ ਪੰਕਤੀ ਕਿਹੜੀ ਆ? ਕਿੰਨਵੀਂ ਪੰਕਤੀ ਆ ਉਹ ਦੱਸ ਦਿਓ। ਹਰਾਮਖੋਰ ਕੇ ਤੂੰ ਨਿਕਲ ਜਾ। ਨਹੀਂ। ਹਾਂਜੀ ਹਾਂਜੀ। ਚੋਰ ਹਰਾਮਖੋਰ ਸ਼ਾਬਾਸ਼। 17ਵੀਂ ਪੰਕਤੀ। ਠੀਕ ਹੈ ਜੀ। ਚਲੋ ਠੀਕ ਹੈ ਜੀ। ਓਕੇ ਜੀ। ਆਜ ਦਰਬਾਰ ਸਾਹਿਬ ਕਰਨਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਤੇ ਮੇਰੇ ਪਿਆਰੇ ਵੀਰੋ, ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਈਏ, ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੋ ਇਹ ਮੁਕਾਬਲਾ ਹੋਇਆ ਹੈ, ਇਹ ਆਪਣੇ ਕੌਮ ਦੇ ਬਹੁਤ ਹੀ ਇਤਿਹਾਸਿਕ ਪੰਨੇ, ਖੂਨ ਨਾਲ ਭਰਿਆ ਇਹ ਮਹੀਨਾ, ਆਪਣੇ ਕਲਗੀਧਰ ਦਸ਼ਮੇਸ਼ ਪਿਤਾ ਦੇ ਜੋ ਪਰਿਵਾਰ ਵਿਛੋੜਾ, ਸੋ ਉਹਨਾਂ ਦੇ ਸੰਬੰਧ ਵਿੱਚ 4 ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਜੀ ਤੇ ਸਾਹਿਬੇ ਕਮਾਲ ਕਲਮ ਦੇ ਲਿਖਾਰੀ, ਜ਼ੁਲਮ ਦੇ ਸ਼ਿਕਾਰੀ ਮੇਰੇ ਬਾਜਾਂ ਵਾਲੇ ਮਾਗੀ, ਉਹਨਾਂ ਦੀ ਯਾਦ ਵਿੱਚ ਇਹ ਮੁਕਾਬਲਾ ਪਿੰਡ ਮਕਸੂਦਰਾ, ਤਹਿਸੀਲ ਪੈਲ ਤੇ ਜ਼ਿਲ੍ਹਾ ਲੁਧਿਆਣਾ ਵਿਖੇ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਇਹ ਮੁਕਾਬਲਾ ਅੱਜ ਕਰਵਾਇਆ ਗਿਆ ਹੈ, ਇਹਦੇ ਵਿੱਚ ਬੜੇ ਹੀ ਪਿਆਰੇ ਬੱਚਿਆਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਨੇ। ਕੁਝ ਮੈਂ ਬੇਨਤੀਆਂ ਕਰਨਾ ਚਾਹੁੰਦਾ ਪਹਿਲਾਂ ਕਿ ਭਾਈ ਜੋ ਇਹ ਮਹੀਨਾ ਹੈ ਜੋ ਆਰੰਭ ਹੋ ਚੁੱਕਿਆ ਹੈ, ਇਹ ਮਹੀਨਾ ਆਪਣੇ ਸਿੱਖ ਧਰਮ ਲਈ ਬਹੁਤ ਵੱਡਾ ਇੱਕ ਕਹਿਰ ਦਾ ਮਹੀਨਾ ਸਾਬਤ ਹੋਇਆ। ਤਕਰੀਬਨ 8 ਮਹੀਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿਲਾ ਜੋ ਘੇਰਾ ਪਿਆ ਰਿਹਾ, 10 ਲੱਖ ਫੌਜ ਚੜ ਕੇ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਰਹੀ ਤੇ ਜਿਹਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਸਾਦੀ ਹਾਥੀ ਅਤੇ ਅਨੇਕਾਂ ਜੰਗੀ ਘੋੜੇ, ਅਨੇਕਾਂ ਸਿੰਘ ਭੁੱਖਾਂ ਦੇ ਕਾਰਨ ਕਿਲੇ ਦੇ ਅੰਦਰ ਸ਼ਹੀਦ ਹੋਏ। ਸੋ ਸ਼ਾਇਦ ਆਪ ਜੀ ਨੂੰ ਨਾ ਪਤਾ ਹੋਵੇ, ਜੋ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਵੇਲੇ ਘੇਰਾ ਪਿਆ ਸੀ, ਉਹ ਜਿਹੜਾ ਸਮਾਗਮ ਸੀ ਉਹ ਵਿਸਾਖੀ ਤੋਂ ਬਾਅਦ ਕੁਝ ਦਿਨਾਂ ਬਾਅਦ ਘੇਰਾ ਅਨੰਦਪੁਰ ਸਾਹਿਬ ਨੂੰ ਪੈ ਚੁੱਕਿਆ ਸੀ ਤੇ ਜਿਸ ਵਿੱਚ ਸਿੰਘਾਂ ਦੀ ਜੋ ਸਿੰਘਣੀਆਂ ਦੀ ਗਿਣਤੀ ਸੀ ਉਹ ਸ਼ਾਇਦ 90-99% ਤੁਹਾਨੂੰ ਨਹੀਂ ਪਤਾ। ਮੈਂ ਇੱਕ ਬੇਨਤੀ ਕਰ ਦਿੰਦਾ ਕਿ ਤੁਸੀਂ ਆਪਣੇ ਇਤਿਹਾਸ ਨਾਲ ਜੁੜੋ। ਜਿੱਥੇ ਆਪਾਂ ਸੋਹਣੀਆਂ ਦਸਤਾਰਾਂ ਸਜਾਉਂਦੇ ਆ, ਉੱਥੇ ਹੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਰੁਤਬਾ, ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲ ਵੀ ਨਿਗਾਹ ਮਾਰੋ। ਆਪਾਂ ਉਹਨਾਂ ਦੇ ਬੱਚੇ ਹਾਂ। ਜਿਸ ਵੇਲੇ ਮਾਤਾ ਜੀਤਾ ਜੀ ਨੇ ਕਿਹਾ ਸੀ ਨਾ ਕਿ ਮੇਰੇ ਲਾਲ ਕਿੱਥੇ ਨੇ, ਗੁਰੂ ਗੋਬਿੰਦ ਸਿੰਘ ਨੇ ਐ ਬਾਤ ਕੇ ਬਾਤ ਕਰਕੇ ਕਿਹਾ ਸੀ ਕਿ ਇਹ ਪੁੱਤਰਨ ਕੇ ਸੁਪਰਵਾਦ ਦਿਏ 404 ਹੋਏ तो क्या हुआ, ਜੀਵਤ ਕਈ ਹਜ਼ਾਰ। ਆਪਾਂ ਉਹਨਾਂ ਦੇ ਪੁੱਤਰ ਹਾਂ। ਜਿੱਥੇ ਆਪਾਂ ਦਸਤਾਰਾਂ ਸਜਾਉਂਦੇ ਆ, ਦਾੜੀਆਂ ਨਾ ਕਟਵਾਈਏ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਇਹ ਕੇਸਾਂ ਕਰਕੇ, ਇਹ ਦਾੜੀਆਂ ਕਰਕੇ ਸਾਡੇ ਕਲਗੀਆਂ ਵਾਲੇ ਨੇ ਆਪਣਾ ਪਰਿਵਾਰ ਪਾਇਆ। ਮੈਂ ਦੱਸ ਦਵਾਂ, ਜੋ ਕਿਲੇ ਵਿੱਚ ਸਿੰਘਣੀਆਂ ਦੀ ਗਿਣਤੀ ਹੈ ਉਹ ਤਕਰੀਬਨ
425 ਨੇ ਜੋ ਸਿੰਘ ਨੇ ਉਹ ਕਿਲੇ ਦੇ ਵਿੱਚ ਨੇ ਤੇ ਕੁੱਲ ਮਿਲਾ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਵਿੱਚ ਪਾ ਕੇ ਬੀਬੀਆਂ ਬੱਚਿਆਂ ਨੂੰ ਪਾ ਕੇ ਤਕਰੀਬਨ 990 ਦੇ ਕਰੀਬ ਜੋ ਸਿੰਘ ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਸਮਾਗਮ ਦੇ ਉੱਪਰ ਆਏ ਹੋਏ ਨੇ। ਜਦੋਂ 10 ਲੱਖ ਫੌਜਾਂ ਚੜ ਕੇ ਆਈਆਂ ਨੇ ਉਸ ਵੇਲੇ ਫਿਰ ਐਸੀ ਵਾਪਰੀ ਕਿ ਕੁਝ ਸਿੰਘਾਂ ਨੇ ਜੰਗ ਲੜਨੀ ਚਾਹੀ, ਕੁਝ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਪਾਈਆਂ। ਤੁਸੀਂ ਅਨੰਦਪੁਰ ਸਾਹਿਬ ਜਾਓ, ਉੱਥੇ ਲੋਹਗੜ੍ਹ ਕਿਲਾ ਹੈ, ਲੋਹਗੜ੍ਹ ਦੇ ਨਾਲ ਇੱਕ ਖੂਹ ਬਣਿਆ ਹੋਇਆ ਹੈ। ਅਨੰਦਪੁਰ ਸਾਹਿਬ ਜਦੋਂ ਜਾਂਦੇ ਸੀ ਨਾ ਸਿੰਘ, ਉਹ ਖੂਹ ਤੋਂ ਪਾਣੀ ਭਰਦੇ ਰਹਿੰਦੇ ਸੀ ਤੇ ਜਦੋਂ ਪਾਣੀ ਲੈਣ ਜਾਣਾ ਪੈਂਦਾ ਸੀ ਤਾਂ ਪਾਣੀ ਪਿੱਛੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਆਪਣੇ। ਖੂਹ ਤੋਂ ਪਾਣੀ ਲੈਣ ਲਈ ਸਿੰਘਾਂ ਨੇ ਜਾਣਾ, ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਨਿਕਲਣਾ ਤੇ ਉੱਥੇ 10 ਲੱਖ ਜਿਹੜੇ ਵੈਰੀ ਨੇ ਫੌਜਾਂ ਖੜੀਆਂ ਨੇ, ਤਾਂ ਸੋਚੋ ਕੀ ਹਾਲ ਹੁੰਦਾ ਹੋਵੇਗਾ। ਉੱਥੇ ਵੀ ਸਿੰਘਾਂ ਨੇ ਉਹ ਖੂਹ ਤੇ ਸ਼ਹਾਦਤਾਂ ਦਿੱਤੀਆਂ ਜਲ ਭਰਨ ਦੇ ਲਈ। ਬੇਸ਼ੱਕ ਉਹ ਅਨੰਦਪੁਰ ਸਾਹਿਬ ਦੇ ਵਿੱਚ ਸੀ, ਪਰ ਕਿਲੇ ਤੋਂ ਬਾਹਰ ਆ ਕੇ ਪਾਣੀ ਭਰਨਾ ਪੈਂਦਾ ਸੀ ਉੱਥੇ। ਤੇ 8 ਮਹੀਨੇ ਘੇਰਾ ਚੱਲਿਆ ਤੇ ਇਸ ਮਹੀਨੇ 'ਚ ਆ ਕੇ ਕੁਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡਣਾ ਸ਼ੁਰੂ ਕਰ ਦਿੱਤਾ। ਕਿਉਂ? ਕਿਉਂਕਿ ਭੁੱਖ ਦੇ ਕਾਰਨ ਸਿੰਘ ਤੜਫ ਰਹੇ ਸੀ। ਸਿਰਫ ਛੋਲੇ ਮੁੱਠੀ ਮਿਲਦਾ ਸੀ ਖਾਣ ਨੂੰ, ਕੁਝ ਖਾਣ ਲਈ ਅੰਦਰ ਸਾਧਨ ਨਹੀਂ ਸੀ, ਕੋਈ ਵਸਤ ਨਹੀਂ ਸੀ, ਪਰ ਫਿਰ ਵੀ ਛੋਲੇ ਮੁੱਠੀ ਖਾ ਕੇ ਸਿੰਘ ਪਤਾ ਕੀ ਕਹਿੰਦੇ ਸੀ, ਅਸੀਂ ਬਦਾਮ ਖਾ ਰਹੇ ਹਾਂ। ਬਾਹਰ ਮੁਗਲ ਪਤਾ ਕੀ ਸੋਚਦੇ ਸੀ, ਜਿਹੜੇ ਸਿੰਘ ਰੋਜ਼ ਹੀ ਬਦਾਮ ਖਾਂਦੇ ਪਏ ਨੇ ਮੁੱਠੀ, ਉਹ ਕਿੰਨੇ ਕੁ ਤਾਕਤਵਰ ਹੋਣਗੇ, ਕਿੰਨੇ ਕੁ ਜਿਗਰੇ ਵਾਲੇ ਹੋਣਗੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ, ਜਦੋਂ ਸਿੰਘਾਂ ਨੇ ਕਿਹਾ ਨਾ ਪਾਤਸ਼ਾਹ ਜੀ ਸਾਡੇ ਤੋਂ ਇਹ ਭੁੱਖ ਨਹੀਂ ਝੱਲੀ ਜਾਂਦੀ, ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਕਿ ਇੱਕ ਕਾਗਜ਼ ਤੇ ਲਿਖ ਕੇ ਦੇ ਦਿਓ ਕਿ ਮੈਂ ਤੁਹਾਡਾ ਗੁਰੂ ਨਹੀਂ, ਤੁਸੀਂ ਮੇਰੇ ਸਿੰਘ ਨਹੀਂ। ਯਾਦ ਰੱਖਿਓ, ਪ੍ਰੀਤ ਇੱਕ ਪਾਸੇ ਟੁੱਟੀ ਸੀ। ਜੇ ਗੁਰੂ ਕਹੇ ਕਿ ਮੈਂ ਤੁਹਾਡਾ ਗੁਰੂ ਨਹੀਂ ਤੇ ਤੁਸੀਂ ਮੇਰੇ ਸਿੱਖ ਨਹੀਂ, ਪ੍ਰੀਤ ਇੱਕ ਪਾਸੇ ਟੁੱਟੀ ਸੀ। ਸਿੰਘਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਗੁਰੂ ਨੇ ਐ ਨਹੀਂ ਕਿਹਾ ਸੀ ਕਿ ਮੈਂ ਤੇਰਾ ਗੁਰੂ ਨਹੀਂ, ਤੂੰ ਮੇਰਾ ਗੁਰਸਿੱਖ ਨਹੀਂ। ਗੁਰੂ ਨੇ ਫਿਰ ਵੀ ਗੱਲ ਲੱਕੜੀ 'ਚ ਪਾਇਆ। ਮੁਕਤਸਰ ਦੀ ਧਰਤੀ ਤੇ ਜਾ ਕੇ ਦੇਖੋ ਇਤਿਹਾਸ, ਉੱਥੇ ਜਾ ਕੇ ਉਹ 40 ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਭਾਈ ਇਹ ਨਹੀਂ ਦੇਸ਼ਦਾਰੀ ਨਾ ਕਰਾਓ, ਬਸ ਇਹੀ ਬੇਨਤੀ ਆ, ਆਪਣੇ ਸਿਰ ਤੇ ਜੇ ਤੁਸੀਂ ਦਸਤਾਰ ਸਜਾਈ ਨਾ, ਇਹਦਾ ਲਿਹਾਜ਼ ਰੱਖੋ। ਇਹ ਦਸਤਾਰ ਪਿੱਛੇ ਹੀ ਸਿੰਘਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਤਾਂ ਛੱਡਿਆ ਸੀ ਕਿ ਭਾਈ ਸਾਡੀ ਪੱਗ ਨੂੰ ਹੱਥ ਨਾ ਲਾਵੇ ਕੋਈ। ਇਹ ਸਾਰੀ ਗੱਲ ਆਪਣੇ ਧਰਮ ਤੇ ਆ ਕੇ ਮੁੱਕਦੀ ਹੈ। ਨਹੀਂ ਤੇ ਗੁਰੂ ਗੋਬਿੰਦ ਸਿੰਘ ਨੂੰ ਕਿੱਧਰ ਦੀ ਪਈ ਸੀ ਆਪਣਾ ਪਰਿਵਾਰ ਵਾਰਨ ਦੀ, ਆਪਣੇ 4 ਦੁਲਾਰੇ ਵਾਰਨ ਦੀ। ਗੁਰੂ ਗੋਬਿੰਦ ਸਿੰਘ ਨੂੰ ਕਿੱਧਰ ਦੀ ਪਈ ਸੀ ਬਾਈ ਧਾਰਾ ਨਾਲ ਬਣਾਉਣ ਦੀ। ਠੀਕ ਹੈ ਜੀ। ਹੁਣ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਬੱਚੇ ਇੱਥੇ ਆਏ ਨੇ, ਪ੍ਰਣ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਕਿ ਪਾਤਸ਼ਾਹ ਤੇਰੇ ਦਰ ਤੋਂ ਅਸੀਂ ਆਏ ਆ, ਇਹ ਤਾਜ ਸਿਰ ਤੇ ਲੈ ਕੇ ਚੱਲੇ ਆ। ਇਹ ਤਾਜ ਸਾਡੇ ਸਦਾ ਲਈ ਸਾਡੇ ਸਿਰ ਤੇ ਇਦਾਂ ਹੀ ਬਣਿਆ ਰਹੇ ਤੇ ਇਹ ਸਿਰ ਕਿਸੇ ਲੱਲੂ ਬੰਗੂ ਬਾਹਮਣੇ ਅੱਗੇ ਨਾ ਟਿਕੇ। ਜੇ ਮੱਥਾ ਟੇਕਣਾ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਟੱਕੇ, ਇਸ ਤੋਂ ਉੱਪਰ ਕੋਈ ਗੁਰੂ ਨਹੀਂ ਹੈਗਾ। ਗੁਰੂ ਗੋਬਿੰਦ ਸਿੰਘ ਨੇ ਐ ਨਹੀਂ ਕਹਿਤਾ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਵੀ ਇਹੀ ਗੁਰੂ ਨੇ ਹੁਣ ਆਪਣੇ। ਇਸ ਲਈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ, ਉਹਨਾਂ ਦੀ ਸ਼ਬਦ ਬਾਣੀ ਨਾਲ ਜੁੜਨਾ ਹੈ, ਨਾ ਕਿ ਕਿਸੇ ਪਖੰਡੀ ਗੁੰਮੜੇ ਸਾਧ ਨਾਲ। ਇਸ ਅਸਾਨ ਤੋਂ ਆਪਾਂ ਇਹ ਕਸਮ ਚੁੱਕੀਏ ਕਿ ਪਾਤਸ਼ਾਹ ਅਸੀਂ ਤੇਰੇ ਆ, ਤੇਰੇ ਹੋ ਕੇ ਜਾਈਏ, ਕਿਸੇ ਹੋਰ ਦੇ ਨਾ ਹੋਈਏ। ਸੋ ਮੈਨੂੰ ਇਹ ਖੁਸ਼ੀ ਹੋਈ ਹੈ ਕਿ ਇਸ ਨਗਰ ਵਿੱਚ ਜਿਨ੍ਹਾਂ ਬੱਚਿਆਂ ਨੇ ਭਾਗ ਲਏ ਨੇ ਤੇ ਉੱਥੋਂ ਵਿਦੇਸ਼ਾਂ ਵਿੱਚੋਂ ਵੀ ਕਈ ਮਾਇਆ ਆਈ ਹੈ, ਬਹੁਤ ਸਹਿਯੋਗ ਦਿੱਤਾ ਹੈ ਨਗਰ ਨਿਵਾਸੀਆਂ ਨੇ। ਤੇ ਜਿਨ੍ਹਾਂ ਵਿੱਚ ਤੇ ਜਿਹੜੇ ਬੱਚੇ ਹੁਣ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਣ ਕਰਨਗੇ ਕਿ ਭਾਈ ਅਸੀਂ ਅੱਜ ਤੋਂ ਬਾਅਦ ਕੇਸ ਨਹੀਂ ਕਟਾਉਂਦੇ, ਦਾੜੀਆਂ ਨਹੀਂ ਕਟਾਉਂਦੇ, ਉਹਨਾਂ ਨੂੰ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਕਿਉਂਕਿ ਇਹ ਵਿਸ਼ੇਸ਼ ਸਨਮਾਨ ਇਸ ਕਰਕੇ ਨਹੀਂ ਕਰ ਰਹੇ ਸੀ, ਅਸੀਂ ਤੁਹਾਨੂੰ ਨਵਾਂ ਜੀਵਨ ਦੇ ਰਹੇ ਹਾਂ। ਜਿਵੇਂ ਕਿਸੇ ਨੂੰ ਕੋਈ ਨਵੀਂ ਚੀਜ਼ ਮਿਲਦੀ ਹੋਵੇ, ਜੇ ਉਹ ਚੀਜ਼ ਨੂੰ ਭੁੱਲ ਜਾਵੇ ਤਾਂ ਆਪਣੇ ਲਈ ਕਿੰਨੀ ਦੁਰ ਫਿਟੇ ਨੂੰ ਗੱਲ ਹੈ। ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਵੀ ਜਿਹੜਾ ਬੱਚਾ ਜੰਮਦਾ ਲੈ ਕੇ ਭਾਵੇਂ ਉਹ ਹਿੰਦੂ ਧਰਮ ਵਿੱਚ ਪੈਦਾ ਹੋਵੇ, ਭਾਵੇਂ ਮੁਸਲਮਾਨ ਹੋਵੇ, ਜਦੋਂ ਉਹਦੇ ਸਰੀਰ ਨਾਲ ਇੱਕ ਵੀ ਅੰਗ ਦੀ ਕੱਟ-ਫਿਟ ਨਹੀਂ ਕੀਤੀ ਜਾਂਦੀ, ਉਹਦੇ ਕੇਸ ਨਹੀਂ ਕੱਟੇ ਜਾਂਦੇ, ਉਹ ਵੱਡਾ ਹੋ ਕੇ ਪੂਰਨ ਤੌਰ ਤੇ ਗੁਰਸਿੱਖ ਬਣੇਗਾ। ਫਿਰ
ਫਿਰ ਗੁਰੂ ਗੋਬਿੰਦ ਸਿੰਘ ਨੇ ਆਪਾਂ ਨੂੰ ਸਿੱਖ ਬਣਾਇਆ ਹੈ। ਬੇਸ਼ੱਕ ਆਪਾਂ ਬੇਮੁਖ ਹੋ ਚੁੱਕੇ ਆ, ਖੰਡੇ ਦੀ ਪੋਲ ਲੈ ਲਓ, ਉਹ 40 ਜਿਹੜੇ ਸੀ ਉਹ ਵੀ ਬੇਮੁਖ ਹੋ ਗਏ ਸੀ, ਪਰ ਫਿਰ ਵੀ ਘੁਮਾਣੀ ਦੀ ਜੰਗ ਵਿੱਚ, ਮੁਕਤਸਰ ਦੀ ਜੰਗ ਵਿੱਚ ਆਏ, ਆਪਣੀਆਂ ਸ਼ਹਾਦਤਾਂ ਦੇ ਕੇ ਗੁਰੂ ਵੱਲ ਮੂੰਹ ਜੋੜਿਆ। ਗੁਰੂ ਨੇ ਉਹ ਬਦਾਵਾ ਆਪਣੇ ਕਮਰ ਕੱਸੇ 'ਚ ਰੱਖਿਆ, ਸਾਨੂੰ ਚਮਕੌਰ ਦੀ ਗੜੀ 'ਚ ਛੱਡ ਕੇ ਆਏ। ਆਪਾਂ ਇਹ ਨਾ ਭੁੱਲੀਏ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਆਪਾਂ ਨੂੰ ਦਰਜਾ ਦਿੱਤਾ ਕਿ ਇਹ ਮੇਰੇ ਪੁੱਤ ਨੇ, ਆਪਾਂ ਉਹਨਾਂ ਦੇ ਪੁੱਤਰ ਬਣੀਏ, ਸਾਹਿਬਜ਼ਾਦਿਆਂ ਦਾ ਰੁਤਬਾ ਲਈਏ ਆਪਾਂ ਵੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਬਸ ਇੰਨਾ ਪ੍ਰਣ ਕਰ ਲਓ ਕਿ ਅਸੀਂ ਗੁਰੂ ਵਾਲੇ ਬਣਨਾ ਹੈ। ਤੇ ਹੁਣ ਬੱਚਿਆਂ ਨੇ ਜੋ ਭਾਗ ਲਏ ਨੇ, ਬਹੁਤ ਸੋਹਣੇ ਨਤੀਜੇ ਨੇ। ਸੋ ਮੈਂ ਇੱਕ ਬੇਨਤੀ ਵੀ ਕਰ ਦਵਾਂ ਕਿ ਕਈ ਬੱਚੇ ਉਹ ਹਰ ਮੁਕਾਬਲੇ ਵਿੱਚ ਆਉਂਦੇ ਨੇ, ਜਿਹੜੇ ਆਪਣੇ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਹੋ ਗਏ ਜਾਂ ਹੋਰ ਆਪਣੇ ਨਗਰ ਨਿਵਾਸੀ ਸੰਤਾਂ ਨੇ, ਉਹਨਾਂ ਨੇ ਇਹ ਕਿਹਾ ਹੈ ਕਿ ਭਾਈ ਨਵੇਂ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ। ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਕਿ ਅਸੀਂ ਵੀ ਨਵੇਂ ਬੱਚਿਆਂ ਨੂੰ ਮੌਕਾ ਦਈਏ, ਕਿਉਂਕਿ ਅੱਜ ਨਵਾਂ ਬੱਚਾ ਕੋਈ ਆ ਰਿਹਾ ਜਿਹਨੂੰ ਆਪਾਂ ਸਨਮਾਨ ਕਰਾਂਗੇ, ਉਹਦੇ ਅੰਦਰ ਉਤਸ਼ਾਹ ਪੈਦਾ ਹੋਵੇਗਾ ਕਿ ਮੈਂ ਦਸਤਾਰ ਸੇ ਮੇਰਾ ਸਨਮਾਨ ਹੋਇਆ। ਸੋ ਇਸ ਲਈ ਜੇ ਆਪਾਂ ਇੱਥੇ ਆਏ ਹਾਂ, ਤੁਹਾਨੂੰ ਦਸਤਾਰ ਆਉਂਦੀ, ਤੁਸੀਂ ਹਰ ਸਾਲ ਆਪਣੇ ਹਰ ਕੰਪੀਟੀਸ਼ਨ ਜਿੱਤ ਰਹੇ ਹੋ, ਤੇ ਉੱਥੇ ਤੁਸੀਂ ਇੱਕ ਕੰਪੀਟੀਸ਼ਨ ਹੋਰ ਕਰ ਲਓ ਕਿ ਅਸੀਂ ਬੱਚਿਆਂ ਨੂੰ ਨਾਲ ਜੋੜੀਏ, ਦੂਸਰੇ ਬੱਚਿਆਂ ਨੂੰ ਦਸਤਾਰ ਸਿਖਾਓ ਜਿਹੜੇ ਦਸਤਾਰ ਨਹੀਂ ਸਜਾਉਂਦੇ। ਸੋ ਇੱਥੇ ਇੱਕ ਕੁਝ ਮਾਇਆ ਆਈ ਸੀ, ਸਾਡੇ ਵੀਰ ਰਣਵੀਰ ਸਿੰਘ ਜੀ ਸੋਹਲ ਜਰਮਨੀ, ਇਹਨਾਂ ਵੱਲੋਂ 1000 ਰੁਪਇਆ ਜੋ 8 ਸਾਲ ਤੋਂ ਲੈ ਕੇ 12 ਸਾਲ ਦੇ ਵਿੱਚੋਂ ਫਸਟ ਪੋਜੀਸ਼ਨ ਹਾਸਲ ਕਰੇਗਾ, ਉਹਨਾਂ ਵੱਲੋਂ ਉਹਨਾਂ ਨੂੰ 1000 ਰੁਪਇਆ ਇਨਾਮ ਦਿੱਤਾ ਜਾਵੇਗਾ। ਤੋਂ ਜਿਹੜੇ ਦੂਸਰੇ ਗਰੁੱਪ ਵਿੱਚ ਡਾਕਟਰ ਬੀਬੀ ਰੁਪਿੰਦਰ ਕੌਰ ਵੱਲੋਂ ਫਰੀਦਕੋਟ, ਉਹਨਾਂ ਵੱਲੋਂ 500 ਰੁਪਇਆ ਦਸਤਾਰ ਲਈ ਫਸਟ ਸੈਕਿੰਡ ਬੱਚੇ ਨੂੰ ਦਿੱਤਾ ਜਾਵੇਗਾ। ਸੋ ਇਹ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਬੱਚਿਆਂ ਦਾ ਉਤਸ਼ਾਹ ਕਰ ਰਹੇ ਹੋ, ਤੁਸੀਂ ਬੱਚਿਆਂ ਦਾ ਮਾਣ-ਤਾਣ ਨਿਭਾ ਰਹੇ ਹੋ। ਸੋ ਹੁਣ ਜੋ ਸਾਡੇ ਕੋਲ ਪੋਜੀਸ਼ਨਾਂ ਨੇ ਉਹ ਬੱਚਿਆਂ ਦੀਆਂ ਆ ਚੁੱਕੀਆਂ ਨੇ। ਸੋ ਜਿਹੜਾ ਮੈਂ ਇੱਕ ਬੇਨਤੀ ਕਰਦਾ, ਜਿਹੜੇ ਬੱਚੇ ਨੇ ਉੱਠਣਾ ਹੈ, ਜਕਾਰਾ ਛੱਡ ਕੇ ਉੱਠਣਾ ਹੈ, ਪਤਾ ਲੱਗੇ ਵੀ ਪਿੰਡ ਵਿੱਚ ਮੁਕਾਬਲਾ ਹੋ ਰਿਹਾ ਹੈ। ਸੋ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਸੁਖਦੀਪ ਸਿੰਘ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਪਿੰਡ ਕਟੜਾ। ਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਸੁਖਪ੍ਰੀਤ ਸਿੰਘ ਸੁਪੁੱਤਰ ਸਰਦਾਰ ਸ਼ਿਵਜੀਤ ਸਿੰਘ ਜੀਰਕ ਪਿੰਡ ਤੋਂ। ਹਾਂਜੀ, ਹਰਮਨਦੀਪ ਸਿੰਘ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ। चले गए ਅੱਛਾ ਵਿਆਹ ਚੱਲ ਤੂੰ ਆ ਜਾ, ਤੂੰ ਆ ਬਸ ਤਾਂ ਵਿਆਹ ਚਲਾ ਗਿਆ, ਚਲੋ ਕੋਈ ਨਹੀਂ, ਛੱਡ ਗਿਆ, ਚਲੋ ਕੋਈ ਗੱਲ ਨਹੀਂ, ਆਇਆ ਆ ਗਿਆ, ਚਲੋ ਉਹਦਾ ਭਰਾ ਹੈਗਾ, ਚਲੋ ਹੁਣ ਦੂਸਰੇ ਗਰੁੱਪ ਚਮਕੌਰ ਸਿੰਘ ਸੁਪੁੱਤਰ ਸਰਦਾਰ ਕੁਲਦੀਪ ਸਿੰਘ ਪਿੰਡ ਪਾਇਲ ਤੋਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੇ ਦੂਸਰਾ ਸਥਾਨ ਵੀਰ ਲਖਵਿੰਦਰ ਸਿੰਘ ਸੁਪੁੱਤਰ ਸਰਦਾਰ ਸਤਨਾਮ ਸਿੰਘ 16 ਸਾਲ ਪਿੰਡ ਲਾਹੌਰਾ। ਬੋਲੇ ਸੋ ਨਿਹਾਲ। ਤੇ ਤੀਸਰਾ ਸਥਾਨ ਪਵਨਦੀਪ ਸਿੰਘ ਸੁਪੁੱਤਰ ਸਰਦਾਰ ਬਲਜਿੰਦਰ ਸਿੰਘ 16 ਸਾਲ ਪਿੰਡ ਛਪਾਰ। दूसरे नंबर हाँ लगे तीसरे नंबर मेडल। ਜਿਹੜਾ ਤੀਸਰਾ ਗਰੁੱਪ ਹੈ 18 ਤੋਂ 23 ਸਾਲ ਦੇ, ਇਹਦੇ ਵਿੱਚ ਜੀਵਨ ਸਿੰਘ ਸੁਪੁੱਤਰ ਸਰਦਾਰ ਬਲਜਿੰਦਰ ਸਿੰਘ ਸਿਹੋੜਾ ਤੋਂ। ਬੋਲੇ ਸੋ ਨਿਹਾਲ। ਦੂਸਰਾ ਸਥਾਨ ਇੰਦਰਜੀਤ ਸਿੰਘ ਸੁਖਦੇਵ ਸਿੰਘ ਕੁਢਾਣੀ ਕਲਾ। ਬੋਲੇ ਸੋ ਨਿਹਾਲ। ਤੇ ਤੀਸਰਾ ਸਥਾਨ ਗੁਰਿੰਦਰ ਸਿੰਘ ਜਗਦੇਵ ਸਿੰਘ ਪਿੰਡ ਕੁਢਾਣੀ ਕਲਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਇਹਨਾਂ ਵੀਰਾਂ ਵੱਲੋਂ ਦਸਤਾਰ ਸਜਾਈ ਗਈ ਸੀ।
ਸੋ ਜਿਹੜਾ ਚੌਥਾ ਬੱਚਾ ਸੀ ਉਹਦਾ ਲੜ ਰਹਿ ਗਿਆ ਸੀ, ਤੀਸਰਾ ਟਾਈਮ ਉੱਪਰ ਹੋ ਗਿਆ ਸੀ, ਤਾਂ ਕਰਕੇ ਕਿਉਂਕਿ ਮੁਕਾਬਲੇ ਦਾ ਇਹੀ ਹੁੰਦਾ ਹੈ ਕਿ ਆਪਾਂ ਕਿੰਨੇ ਮਿੰਟ 'ਚ ਦਸਤਾਰ ਸਜਾ ਲਈਏ। ਤੁਸੀਂ ਦਸਤਾਰ ਵਿੱਚ ਪ੍ਰਤੱਖੋ, ਤੁਹਾਡੇ ਕੋਲ 7 ਮਿੰਟ ਨੇ, 5 ਮਿੰਟ ਨੇ, ਤੁਸੀਂ ਇਹ ਦੇਖਣਾ ਕਿ ਅਸੀਂ ਕਿੰਨੇ ਟਾਈਮ 'ਚ ਦਸਤਾਰ ਸਜਾ ਸਕਦੇ ਹਾਂ। ਇਹ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਸਾਰਿਆਂ ਵੀਰਾਂ ਨੇ, ਜ਼ੀਰੋ ਤੋਂ ਲੈ ਕੇ ਜਿੰਨੇ ਵੀ ਬੱਚੇ ਆਪਣੇ ਕੋਲ ਇੱਥੇ ਆਏ ਨੇ ਸਾਰਿਆਂ ਦਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਨਾਲ ਹੀ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਸੋ ਜਿਨ੍ਹਾਂ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਹੈ, ਇਹ ਬਹੁਤ ਵੱਡੀ ਹਿੰਮਤ ਵਾਲੀ ਗੱਲ ਹੈ ਕਿ ਅਸੀਂ ਕੰਪੀਟੀਸ਼ਨ ਖੇਡਦੇ ਹਾਂ। ਇਹ ਸਭ ਤੋਂ ਵੱਡੀ ਗੱਲ ਹੁੰਦੀ ਕਿ ਅਸੀਂ ਕੰਪੀਟੀਸ਼ਨ ਖੇਡ ਰਹੇ ਹਾਂ, ਇਹ ਇੱਕ ਜਜ਼ਬਾ ਹੁੰਦਾ, ਕਿਉਂਕਿ ਕੋਈ ਵਿਰਲਾ ਜਾਂ ਨਹੀਂ ਹੁੰਦਾ ਜਿਹੜੇ ਕੰਪੀਟੀਸ਼ਨਾਂ 'ਚ ਭਾਗ ਲਵੇ। ਇਹ ਥੋੜਾ ਜ਼ਿਕਰ ਕਰ ਦਵਾਂ, ਕਿਸੇ ਵੀਰ ਨੇ ਤੋਂ ਸਵਾਲ ਕੀਤਾ ਸੀ ਕਿ ਦਸਤਾਰ ਕਿਵੇਂ ਸ਼ੁਰੂ ਹੋਈ ਹੈ ਆਪਣੇ 'ਚ, ਪੱਗ ਦੀ ਸ਼ੁਰੂਆਤ ਕਿਵੇਂ ਹੋਈ ਹੈ ਆਪਣੇ ਸਿੱਖ ਧਰਮ 'ਚ। ਸੋ ਪਹਿਲਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਹੜੇ ਸਿੱਖ ਸੀ ਨਾ, ਉਹ ਛੋਟੀ ਦਸਤਾਰ ਸਜਾਇਆ ਕਰਦੇ ਸੀ ਗੁੰਗਾ। ਛੇਵੇਂ ਪਾਤਸ਼ਾਹ ਦਾ ਸਮਾਂ ਆਇਆ, ਉਹ ਵੀ ਗੁੰਗਾ ਸਜਾਉਂਦੇ ਆਏ, ਦੁਮਾਲਾ ਸਜਾਉਂਦੇ ਆਏ। ਗੁਰੂ ਗੋਬਿੰਦ ਸਿੰਘ ਦੇ ਵੇਲੇ ਉਦੋਂ ਵੀ ਦੁਮਾਲਾ ਸਿਰ ਤਾਂ ਪ੍ਰਚਲਿਤ ਹੋਇਆ ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਨੇ ਦੇਖਿਆ ਕਿ ਮੇਰੇ ਦੋ ਵੱਡੇ ਵੀਰ ਗੱਤਕਾ ਖੇਡ ਰਹੇ ਨੇ, ਤੇ ਉਹਦੇ ਵਿੱਚ ਬਾਬਾ ਫਤਿਹ ਸਿੰਘ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਤੁਹਾਡੇ ਨਾਲ ਗੱਤਕਾ ਖੇਡਣਾ ਚਾਹੁੰਦਾ। ਤੇ ਬਾਬਾ ਜੁਝਾਰ ਸਿੰਘ ਜੀ ਨੇ ਹੱਸ ਕੇ ਕਿਹਾ ਸੀ ਕਿ ਹਲੇ ਤੂੰ ਛੋਟਾ ਹੈ, ਹਲੇ ਤੇਰੀ ਡਾਂਗ ਚੱਕਣ ਦੀ, ਕਿਰਪਾਨ ਚੱਕਣ ਦੀ ਹਲੇ ਉਮਰ ਨਹੀਂ ਹੈਗੀ। ਤਾਂ ਬਾਬਾ ਫਤਿਹ ਸਿੰਘ ਨੇ ਪਤਾ ਕੀ ਕੀਤਾ, ਲੰਬੀਆਂ ਸਾਰੀਆਂ ਦਸਤਾਰਾਂ ਆਪਣੇ ਸੇਜ ਤੇ ਸਜਾ ਕੇ ਉੱਚਾ ਸਾਰਾ ਦਮਾਲੜਾ ਬੰਨ ਕੇ ਆ ਗਏ ਤੇ ਕਹਿਣ ਲੱਗੇ ਹੁਣ ਦੇਖੋ ਮੈਂ ਤੁਹਾਡੇ ਹਾਨ ਦਾ ਹੋ ਗਿਆ। ਪਹਿਲੀ ਵਾਰ ਮੰਨ ਗਏ ਤਾਂ ਨਹੀਂ ਮੰਨਿਆ, ਤੇ ਦੂਸਰੀ ਵਾਰ ਫੇਰ ਕਹਿਤਾ ਕਿ ਤੂੰ ਹਲੇ ਸਾਡੇ ਜਿੱਦਾਂ ਨਹੀਂ ਹੋਇਆ, ਤੇ ਦੂਸਰੀ ਵਾਰ ਜਾ ਕੇ ਫੇਰ ਬਾਬਾ ਫਤਿਹ ਸਿੰਘ ਹੋਰ ਉੱਚੀ ਦਸਤਾਰ ਸਜਾ ਕੇ ਆਏ। ਤੇ ਫੇਰ ਪਤਾ ਕੀ ਹੋਇਆ, ਫਿਰ ਇਹ ਸਾਰਾ ਕੁਝ ਨਾ ਧੰਨ ਕਲਗੀਆਂ ਵਾਲੇ ਉੱਪਰ ਖੜ ਕੇ ਦੇਖ ਰਹੇ ਸੀ ਕਿਲੇ ਦੇ ਉੱਪਰੋਂ। ਤੇ ਗੁਰੂ ਗੋਬਿੰਦ ਸਿੰਘ ਨੇ ਉੱਥੇ ਹੁਕਮ ਜ਼ਾਹਿਰ ਕੀਤਾ ਕਿ ਕੋਈ ਸਿੰਘ ਵੱਡਾ ਛੋਟਾ ਨਹੀਂ, ਕੋਈ ਸਿੰਘ ਜਦੋਂ ਵੀ ਉਹਨੇ ਮੌਤ ਨੂੰ ਮਖੌਲ ਕਰਨੀ ਹੋਵੇ ਉਹ ਵੱਡਾ ਨਹੀਂ ਹੁੰਦਾ, ਛੋਟਾ ਨਹੀਂ ਹੁੰਦਾ। ਤੇ ਉੱਥੋਂ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਦਮਾਲੇ ਦੀ ਦਾਤ ਬਖਸ਼ਿਸ਼ ਕੀਤੀ ਤੇ ਦਮਾਲਾ ਆਪਣੇ ਝੋਲੀ ਪਾਇਆ। ਦਮਾਲੇ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਮ ਤੌਰ ਤੇ ਨਿਹੰਗ ਸਿੰਘ ਫਰਲਾ ਛੱਡ ਲੈਂਦੇ ਨੇ, ਉਹਦਾ ਵੀ ਇੱਕ ਕਾਰਨ ਹੈ। ਜਿਸ ਵੇਲੇ 1735 ਈਸਵੀ ਵਿੱਚ ਘੱਲੂਘਾਰੇ ਹੋਣੇ ਸ਼ੁਰੂ ਹੋਏ, ਉੱਥੇ ਆਪਾਂ ਨੂੰ ਇਤਿਹਾਸ ਨਾਲ ਜੁੜਨਾ ਚਾਹੀਦਾ, ਇਤਿਹਾਸ ਨੌਲੇਜ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਉੱਥੇ ਜਦੋਂ ਵੇਖਿਆ ਕਿ ਸਾਡੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਢਾਏ ਗਏ, ਨਿਸ਼ਾਨ ਸਾਹਿਬ ਪੁੱਟੇ ਗਏ, ਤਾਂ ਉਸ ਵੇਲੇ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਜਥੇਦਾਰ ਬਾਬਾ ਮਿੰਗ ਸਿੰਘ, ਜਥੇਦਾਰ ਬਾਬਾ ਹਨੂਮਾਨ ਸਿੰਘ ਵਰਗਿਆਂ ਨੇ ਬਹਿ ਕੇ ਸਲਾਹ ਕੀਤੀ ਤੇ ਉਹਨਾਂ ਨੇ ਇੱਕ ਗਰੁੱਪ ਤਿਆਰ ਕੀਤਾ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਫਰਲਾ ਛੱਡਣ ਕਰਨਗੇ। ਫਰਲਾ ਤਾਂ ਛੱਡਿਆ ਜਾਂਦਾ ਕਿ ਉਹ ਨਿਸ਼ਾਨ ਸਾਹਿਬ ਦੀ ਇੱਕ ਤਿਆਰੀ ਹੈ, ਇੱਕ ਝੰਡਾ ਹੈ ਜੋ ਸਾਡੇ ਸੀਸ ਤੇ ਹੈ। ਤੁਸੀਂ ਗੁਰਦੁਆਰੇ ਨਿਸ਼ਾਨ ਸਾਹਿਬ ਪੁੱਟ ਦਿੱਤੇ, ਪਰ ਜੇ ਹੁਣ ਦਾਵੇਗਾ ਸਾਡੇ ਸੀਸ ਵਾਕ ਕਰਕੇ ਵਿਖਾਓ, ਫਿਰ ਜਾ ਕੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ, ਫਿਰ ਟਕੇ ਟਕੇ ਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਇਹ ਆਪਾਂ ਨੂੰ ਭੁੱਲਣਾ ਚਾਹੀਦਾ। ਇੱਥੇ ਬੀਬੀਆਂ ਦੇ ਵੀ ਸਿਰਾਂ ਦੇ ਮੁੱਲ ਪਏ। ਪਤਾ ਕੀ ਕਿਹਾ ਜਾਂਦਾ ਸੀ, ਇਹ 16 ਸਾਲ ਦਾ ਹੀ ਮੁੰਡਾ ਹੈ ਜੀ, ਕਿਉਂ ਧਰਨਾ ਵਾਕ ਕਰ ਦਿੰਦੇ ਸੀ, ਨਾ ਉਹਦੇ ਕੋਈ ਦਾੜੀ ਹੁੰਦੀ ਸੀ, ਉਹਨੂੰ ਐ ਕਹਿ ਕਹਿੰਦੇ ਨੇ ਕਿ ਇਹ 16 ਸਾਲਾਂ ਦਾ ਮੁੰਡਾ ਸੀ। ਆਪਣੀਆਂ ਭੈਣਾਂ ਦੇ ਵੀ ਸਿਰਾਂ ਦੇ ਮੁੱਲ ਪਏ ਨੇ। ਫਿਰ ਉਸ ਤੋਂ ਬਾਅਦ ਬੀਬੀ ਭਾਗਪੁਰ ਵਰਗੀਆਂ ਪੈਦਾ ਹੋਈਆਂ ਤੇ ਇਹਦੇ ਵਿੱਚ ਮੁਕਾਬਲੇ ਵਿੱਚ ਇੱਕ ਭੈਣ ਨੇ ਦਮਾਲਾ ਸਜਾਇਆ, ਉਹਦਾ ਨਾਮ ਬੋਲਣਾ ਰਹਿ ਗਿਆ ਸੀ, ਮੇਰੀ ਨਿਗਾਹ ਹੁਣ ਪਈ ਹੈ ਬੱਚੀ ਦੇ। ਉਹ ਭੈਣ ਨੂੰ ਬੇਨਤੀ ਹੋ ਵੀ ਆਪਣਾ ਸਨਮਾਨ ਲਵੇ। ਗੁਰਨੂਰ ਕੌਰ ਪਿੰਡ ਮੁਕਸੁੰਦੜਾ ਹੀ ਹੈ ਤੇ ਬੱਚੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ, ਕਿਉਂਕਿ ਮਾਈ ਭਾਗਪੁਰ ਵਰਗੀਆਂ ਕੋਈ ਵਿਰਲੇ ਜੰਮੀ ਪੈਦਾ ਹੋ ਰਹੇ ਨੇ ਅੱਜ ਦੇ ਟਾਈਮ 'ਚ। ਬਹੁਤ ਬਹੁਤ ਇਸ ਬੱਚੀ ਦੇ ਮਾਤਾ ਪਿਤਾ ਨੂੰ ਮੈਂ ਕਹਿੰਦਾ ਧੰਦਾ ਦੇ ਯੋਗ ਨੇ ਜਿਨ੍ਹਾਂ ਕਰਕੇ ਬੱਚੀ ਨੇ ਜਨਮ ਲਿਆ ਹੈ। ਸੋ ਐਸੇ ਮੁਕਾਬਲੇ ਵਿੱਚ ਆਪਣੀਆਂ ਧੀਆਂ ਨੂੰ ਵੀ ਭਾਈ ਇਸ ਮੁਕਾਬਲੇ ਵਿੱਚ ਲਿਆਓ, ਦਸਤਾਰਾਂ ਸਜਾਓ। ਉਹ ਵੀ ਇੱਥੇ ਆਪਣੇ ਵਿਚਾਰ ਸਾਂਝੇ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਮੈਂ ਸਾਰੇ ਜਿੰਨੇ ਵੀ ਬੱਚਿਆਂ ਨੇ ਇਸ ਦਸਤਾਰ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਘੁੱਟਵਾਂ ਪਿਆਰ ਦੇਣਾ, ਕਿਉਂਕਿ ਉਹਨਾਂ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਥਾਏ ਆਪਣੀ ਦਸਤਾਰ ਸਜਾ ਕੇ, ਵਧੀਆ ਤੋਂ ਵਧੀਆ ਦਸਤਾਰ ਸਜਾ ਕੇ ਸਿੱਖੀ ਸਰੂਪ ਨੂੰ ਚਮਕਾਉਣ ਦਾ ਪ੍ਰਣ ਕੀਤਾ ਹੈ। ਦੂਜਾ, ਮੈਂ ਜਿਹੜੀ ਵੀ ਕਮੇਟੀ ਇਹ ਮੁਕਾਬਲਿਆਂ ਨੂੰ ਆਰਗੇਨਾਈਜ਼ ਕਰਾਉਂਦੀ ਹੈ ਉਹਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਸਾਡੇ ਗੁਰੂ ਘਰ ਦੇ ਵਿੱਚ ਆ ਕੇ ਸਾਡੇ ਨਗਰ ਦੇ ਬੱਚਿਆਂ ਨੂੰ ਆਪਣੀਆਂ ਦਸਤਾਰਾਂ ਵਧੀਆ ਤੋਂ ਵਧੀਆ ਸਜਾਉਣ ਅਤੇ ਸਿੱਖੀ ਦੇ ਨਾਲ ਜੋੜਨ ਲਈ ਆਪਣਾ ਜੋ ਉਪਰਾਲਾ ਹੈ ਉਹਦੇ ਵਿੱਚ ਸਾਨੂੰ ਵੀ ਆਪਣੇ ਨਾਲ ਜੋੜਿਆ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਬੱਚਿਓ, ਇੱਕ ਗੱਲ ਮੈਂ ਵੀ ਤੁਹਾਨੂੰ ਪ੍ਰੇਰਨਾ ਸਦਕਾ ਕਹਿਣੀ ਚਾਹੁੰਦਾ, ਬਈ ਅੱਜ ਅਸੀਂ ਆਜ਼ਾਦ ਹਾਂ ਆਪਣੀ ਦਸਤਾਰ ਸਜਾਉਣ ਦੇ ਲਈ। ਸਾਡੇ ਤੇ ਕੋਈ ਕਿਸੇ ਕਿਸਮ ਦਾ ਜ਼ੁਲਮ ਨਹੀਂ ਹੁੰਦਾ। ਅਸੀਂ ਆਪਣੇ ਦੇਸ਼ ਦੇ ਵਿੱਚ, ਆਪਣੇ ਨਗਰ ਦੇ ਵਿੱਚ ਸਰੇਆਮ ਖੁੱਲ੍ਹੇਆਮ, ਸਾਨੂੰ ਕੋਈ ਰੋਕ ਟੋਕ ਨਹੀਂ, ਅਸੀਂ ਆਪਣੀ ਦਸਤਾਰ ਜਿਹੜੀ ਸਜਾ ਸਕਦੇ। ਜਦੋਂ ਪਿਛਲੇ ਸਮੇਂ ਦੀ ਜੋ ਗੱਲ ਕੀਤੀ ਗਈ ਹੈ ਭਾਈ ਸਾਹਿਬ ਵੱਲੋਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੜਾਈਆਂ ਦੇ ਵਿੱਚ ਸਮੇਂ ਦੇ ਵਿੱਚ ਜੋ ਐਸਾ ਸਮਾਂ ਸੀ, ਉਹ ਜ਼ੁਲਮ ਦਾ ਸਮਾਂ ਸੀ। ਉਦੋਂ ਦਸਤਾਰ ਸਜਾਉਣੀ ਬੜੀ ਔਖੀ ਹੁੰਦੀ ਸੀ, ਕਿਉਂਕਿ ਦਸਤਾਰ ਜਿਹੜੀ ਹੈਗੀ ਹੈ ਉਹ ਇੱਕ ਸਾਡੀ ਵੱਖਰੀ ਪਹਿਚਾਣ ਦਿਖਾਉਂਦੀ ਹੈ। ਦੂਰੋਂ ਹੀ ਜਿਹੜੇ ਜ਼ਾਲਮ ਸੀ ਉਹਨਾਂ ਨੂੰ ਇਹ ਜਿਹੜੀ ਦਸਤਾਰ ਸੀ ਜਦੋਂ ਦਿਖਾਈ ਦਿੰਦੀ ਸੀ ਤਾਂ ਆਪਣਾ ਦੁਸ਼ਮਣ ਨਜ਼ਰ ਆਉਂਦਾ ਸੀ। ਸੋ ਉਸ ਟਾਈਮ ਵੀ ਇਸ ਦਸਤਾਰ ਦੀ ਮਹੱਤਤਾ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਉਸੇ ਤਰ੍ਹਾਂ ਬਰਕਰਾਰ ਰੱਖਿਆ। ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਜੋ ਦਸਤਾਰ ਨਹੀਂ ਸਜਾਏਗਾ ਉਹ ਮੇਰਾ ਸਿੱਖ ਨਹੀਂ ਕਹਾਏਗਾ। ਸੋ ਹੁਣ ਤਾਂ ਗੱਲ ਕੁਛ ਨਹੀਂ, ਅਫਸੋਸ ਦੀ ਗੱਲ ਹੈ ਕਿ ਜਦੋਂ ਅਸੀਂ ਕਿਸੇ ਡਰ ਭੌਂ ਦੇ ਅੰਦਰ ਰਹਿੰਦੇ ਹੁੰਦੇ ਸੀ ਜਾਂ ਉਹਨਾਂ ਦਾ ਸਾਨੂੰ ਹਰ ਵੇਲੇ ਇਹ ਹੁੰਦਾ ਸੀ ਵੀ ਕਦੋਂ ਸਾਡੇ ਤੇ ਕਿਸੇ ਨੇ ਆ ਕੇ ਬਾਹਰ ਕਰ ਦੇਣਾ, ਉਦੋਂ ਦਾ ਅਸੀਂ ਡੋਲੇ ਨਹੀਂ। ਪਰ ਅੱਜ ਅਸੀਂ ਬਿਲਕੁਲ ਆਜ਼ਾਦ ਹੋਣ ਦੇ ਬਾਵਜੂਦ ਵੀ ਆਪਣੀਆਂ ਦਸਤਾਰਾਂ ਨੂੰ ਲਾ ਕੇ ਆਪਣੀਆਂ ਸੁੰਦਰਤਾਵਾਂ ਨੂੰ ਚਮਕਾਉਣਾ ਚਾਹੁੰਦੇ ਹਾਂ। ਇਹ ਸਦਾ ਜਿਹੜੀ ਹੈਗੀ ਆ ਸੁੰਦਰਤਾ ਬਿਨਾਂ ਦਸਤਾਰ ਤੋਂ ਨਹੀਂ ਜਚਣੀ, ਨਾ ਅੱਜ ਜਚੀ ਹੈ ਤੇ ਨਾ ਜਚੇਗੀ। ਸਿੱਖ ਦਸਤਾਰ ਦੇ ਨਾਲ ਹੀ ਜਚੇਗਾ। ਇਹ ਗੱਲ ਪਹਿਲਾਂ ਵੀ ਸੀ, ਹੈ ਵੀ ਤੇ ਰਹੂਗੀ ਵੀ। ਤਿੰਨੇ ਕਾਲਾਂ ਦੇ ਵਿੱਚ ਇਹ ਗੱਲ ਹੈਗੀ ਆ। ਦੇਖੋ, ਤੁਸੀਂ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੇ ਵੇਲੇ ਦੀਆਂ ਜੋ ਲੜਾਈਆਂ ਨੇ ਉਹਨਾਂ ਵਿੱਚ ਹਮ ਦੇਖਦੇ ਰਹੇ ਹੋਵੋਗੇ, ਜੋ ਪਿਕਚਰਾਂ ਸਾਨੂੰ ਬਣਾ ਕੇ ਦਿਖਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਸਾਡੇ ਸਿੰਘਾਂ ਦੀਆਂ ਚਾਹੇ ਸ਼ਹੀਦੀਆਂ ਹੋਈਆਂ ਉਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਸਮੇਤ ਦਸਤਾਰ ਹੀ ਦਿਖਾਈ ਦਿੰਦੀਆਂ ਨੇ। ਸੋ ਉਹਨਾਂ ਨੇ ਦਸਤਾਰ ਨੂੰ ਬਹੁਤ ਮਹੱਤਤਾ ਦਿੱਤੀ ਹੈ। ਦਸਤਾਰ ਜ਼ਰੂਰੀ ਸਮਝੀ ਗਈ ਹੈ। ਸੋ ਸਾਨੂੰ ਅੱਜ ਤੱਕ ਕੋਈ ਔਖਿਆਈ ਨਹੀਂ। ਸਾਨੂੰ ਇਹ ਜਿਹੜੀ ਚੀਜ਼ ਹੈ ਇਹਨੂੰ
ਗ੍ਰਹਿਣ ਕਰਨਾ ਚਾਹੀਦਾ ਤੇ ਸਿੱਖੀ ਸਰੂਪ ਨੂੰ ਪੂਰਾ ਚੰਗੀ ਤਰ੍ਹਾਂ ਪ੍ਰਗਟ ਕਰਨਾ ਚਾਹੀਦਾ ਤਾਂ ਕਿ ਸਿੱਖ ਜਿਹੜਾ ਦੂਰੋਂ ਹੀ ਦਿਖਾਈ ਦੇਵੇ ਕਿ ਹਾਂ ਇਹ ਸਿੰਘ ਹੈ। ਸੋ ਅੰਤ ਵਿੱਚ ਮੈਂ ਫਿਰ ਇੱਕ ਵਾਰ ਸਾਰੇ ਇਸ ਜੋ ਸਮਾਗਮ ਨੂੰ ਆਰਗੇਨਾਈਜ਼ ਕੀਤਾ ਗਿਆ ਉਹ ਕਮੇਟੀ ਦਾ ਤੇ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਤੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਉਤਸ਼ਾਹਿਤ ਕੀਤਾ ਹੈ ਆਪਣੀ ਹਾਜ਼ਰੀ ਦੇ ਨਾਲ। ਜੇ ਕੋਈ ਗਲਤੀ ਹੋ ਗਈ ਹੋਵੇ ਸੋ ਮਾਫ ਕਰਨਾ ਜੀ। ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਕੁਝ ਪਤਵੰਤੇ ਸੱਜਣ ਨੇ ਜਿਨ੍ਹਾਂ ਦੇ ਨਾਮ ਪੁੱਛੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਤੇ ਨਾਲ ਹੀ ਬੱਚਿਆਂ ਦੇ ਵੀ ਸਨਮਾਨ ਕੀਤੇ ਜਾਣੇ ਨੇ। ਉਹਨਾਂ ਦੇ ਸਰਟੀਫਿਕੇਟ ਤੇ ਉਹਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਜਾਵੇਗਾ। ਸੋ ਜੋ ਜਿਨ੍ਹਾਂ ਦੇ ਪਹਿਲਾਂ ਵਿਸ਼ੇਸ਼ ਸਨਮਾਨ ਕਰਨੇ ਨੇ ਉਹਨਾਂ ਦੇ ਨਾਮ ਬੋਲਣ ਜਾ ਰਹੇ ਹਾਂ, ਅਨਾਉਂਸ ਕਰਨ ਜਾ ਰਹੇ ਹਾਂ। ਇੱਕ ਵੀਰ ਵੱਲੋਂ ਇਸ ਮੁਕਾਬਲੇ ਤੋਂ ਪਹਿਲਾਂ ਇਸ ਨਗਰ ਵਿੱਚ ਬੱਚਿਆਂ ਨੂੰ ਸੋਹਣੀਆਂ ਸੋਹਣੀਆਂ ਦਸਤਾਰਾਂ ਸਿਖਾਈਆਂ ਗਈਆਂ ਨੇ, ਉਹ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ। ਵੀਰ ਜਸਪ੍ਰੀਤ ਸਿੰਘ ਜੱਸਾ, ਜਿਸ ਨੇ ਪਿਛਲੇ ਦਿਨਾਂ ਤੋਂ ਲੈ ਕੇ ਬੱਚਿਆਂ ਨੂੰ ਦਸਤਾਰ ਸਿਖਾਈ ਦਿੱਤੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। ਜੋ ਕੀਤਾ ਜਾਣਾ ਹੈ ਸਰਟੀਫਿਕੇਟ ਤੇ ਮੈਡਲ ਨਾਲ। ਪਹਿਲਾ ਸਨਮਾਨ ਹੈਗਾ ਹੈ ਜਿਹਦੇ ਵਿੱਚੋਂ ਪਿੰਡ ਮੁਕਸੁੰਦੜੇ ਤੋਂ ਹੀ ਪਹਿਲਾ ਵੀਰ ਗੁਰਸ਼ਰਨ ਸਿੰਘ ਸੁਪੁੱਤਰ ਸਰਦਾਰ ਕਿਰਪਾਲ ਸਿੰਘ, ਉਹਨੂੰ ਵੀ ਬੇਨਤੀ ਭਾਈ ਆਓ। ਤੇ ਦੂਸਰਾ ਸਨਮਾਨ ਗੁਰਵੀਰ ਸਿੰਘ, ਸ਼ਰਨਜੀਤ ਸਿੰਘ, ਮਨਵੀਰ ਸਿੰਘ ਸੁਪੁੱਤਰ ਸਰਦਾਰ ਸੁਖਦੀਪ ਸਿੰਘ, ਪ੍ਰਭਜੋਤ ਸਿੰਘ ਸੁਪੁੱਤਰ ਸਰਦਾਰ ਗੁਰਵੇਲ ਸਿੰਘ, ਗੁਰਸਿਮਰਨ ਸਿੰਘ ਸੁਪੁੱਤਰ ਸਰਦਾਰ ਅਮਨਦੀਪ ਸਿੰਘ, ਪਵਨ ਖਾਨ ਸੁਪੁੱਤਰ ਸਰਦਾਰ ਕਮਲ ਖਾਨ, ਜਸ਼ਨਜੋਤ ਸਿੰਘ ਸੁਪੁੱਤਰ ਸਰਦਾਰ ਜਿੰਦਰ ਸਿੰਘ, ਹਰਜੋਤ ਸਿੰਘ ਸੁਪੁੱਤਰ ਸਰਦਾਰ ਬਲਜੀਤ ਸਿੰਘ, ਹਰਮਨਦੀਪ ਸਿੰਘ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਸੁਪੁੱਤਰ ਸਰਦਾਰ ਗੁਰਪ੍ਰੀਤ, ਜਿਹੜੇ ਤਿੰਨ ਬੱਚੇ ਹੋਏ ਸੁਖਪ੍ਰੀਤ ਸਿੰਘ, ਸ਼ਿਵਜੀਤ ਸਿੰਘ, ਉਹ ਵੀ ਆਏ ਭਾਈ। आप प्रॉपर होंगे ना आज सारे बच्चे की वजह से ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। जी वाहिगुरू जी का खालसा वाहिगुरू जी की फतेह। जो अज मुकाबला होया है पिंड मुकसुंदड़ा तहसील पैल जिला लुधियाना की समूह साध संगतां नाल जिस विच बच्चों ने बहुत सोहणियां दस्तारां सजाईयां ने। ये मुकाबले का जिहड़ा मेन मीनिंग है जो अपने बच्चे को सिक्खी तो परत हो रहे हैं, अपने विरसे को भुलाई जा रहे हैं, उन्होंने दस्तार नाल जोड़ना है।
ਸੋ ਪ੍ਰਣ ਕਰਕੇ ਜਾਓ ਕਿ ਅੱਜ ਤੋਂ ਬਾਅਦ ਅਸੀਂ ਦਾੜੀਆਂ ਕੇਸ ਨਹੀਂ ਕਟਾਵਾਂਗੇ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਾਂਗੇ, ਸੋਹਣੀਆਂ ਸੋਹਣੀਆਂ ਦਸਤਾਰਾਂ ਆਪਣੇ ਸਿਰਾਂ ਤੇ ਸਜਾਵਾਂਗੇ। ਸਾਰੇ ਬੱਚਿਆਂ ਨੇ ਇੱਥੇ ਪ੍ਰਣ ਕਰਕੇ ਜਾਣਾ ਹੈ। ਬਸ ਇੰਨੀਆਂ ਕੁ ਬੇਨਤੀਆਂ ਨੇ ਕਿ ਭਾਈ ਵੱਧ ਤੋਂ ਵੱਧ ਆਪ ਦਸਤਾਰ ਸਜਾਓ ਤੇ ਦੂਸਰਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੁਸੀਂ ਵੀ ਖਾਲਸਾ ਉੱਧਰੋਂ ਆਏ ਹੋਵੋਗੇ ਜਿਹੜਾ ਕਹਿੰਦੇ ਨੇ ਨਹੀਂ ਬਾਬਾ ਜੀ, ਨਹੀਂ ਬਾਬਾ ਜੀ। ਪੜੋ ਤੁਸੀਂ ਐਡੀ ਦੂਰੋਂ ਆਏ ਸੀ ਮੈਂ ਉਹ ਦੱਸ ਬੇਨਤੀ ਹੀ ਕਰਦੀ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਟਾ ਸਿੰਘ ਤੁਸੀਂ ਨਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਨੇ, ਵੱਡੇ ਵੀਰੇ ਨੇ ਸਾਡੇ, ਕਾਫੀ ਲੰਬੇ ਸਮੇਂ ਸਾਡੇ ਇਹਨਾਂ ਦੇ ਸਦਕੇ ਅਸੀਂ ਇਹ ਮੁਕਾਮਾਂ ਤੇ ਅੱਜ ਪਹੁੰਚੇ ਹਾਂ। ਸੋ ਇਹ ਸਾਰਾ ਪ੍ਰੋਗਰਾਮ ਅੱਜ ਦਾ ਜੋ ਆਪਣਾ TRC ਚੈਨਲ ਤੇ ਉਹਦੀ ਸਾਰੀ ਕਵਰੇਜ ਕਰ ਰਹੇ ਨੇ, ਆਪਣਾ ਵੀਡੀਓ ਬਣਾ ਰਹੇ ਨੇ। ਸੋ ਜਿਨ੍ਹਾਂ ਨੇ ਇਸ ਮੁਕਾਬਲੇ ਦੀ ਵੀਡੀਓ ਲੈਣੀ ਹੈ ਉਹ ਇਹਨਾਂ ਦੇ YouTube ਚੈਨਲ ਉੱਤੇ ਜਾ ਕੇ ਲੈ ਸਕਦੇ ਨੇ। ਸੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਸਾਡੇ ਸਤਿਕਾਰਯੋਗ ਵੀਰ ਜਗਤਾਰ ਸਿੰਘ ਜੀ ਢਾਣੀ ਕਲਾਂ। ਇਹਨਾਂ ਦਾ ਵੀ ਬਹੁਤ ਸਹਿਯੋਗ ਹੁੰਦਾ ਹੈ ਸਾਨੂੰ ਹਰ ਵਾਰ। ਕਈ ਨਗਰਾਂ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਹਾਂ, ਨਗਰ ਕੀਰਤਨਾਂ ਦੇ ਹੋਵੇ ਹੋਰ, ਮਹਾਰਾਜ ਦੀ ਕਿਰਪਾ ਇਹਨਾਂ ਤੇ। ਬੋਲੇ ਸੋ ਨਿਹਾਲ। ਇਹ ਸਾਰਾ ਪ੍ਰੋਗਰਾਮ ਆਪਣੇ ਕੈਮਰੇ ਦੇ ਵਿੱਚ ਕੈਦ ਕਰਦੇ ਨੇ, ਯਾਦਗਾਰ ਪਲ ਆਪਣੇ ਕੈਮਰੇ ਤੇ ਯਾਦ ਕਰਦੇ ਨੇ। ਸੋ ਜਿਸ ਵੀਰ ਨੇ ਭਾਈ ਇਹ ਵੀਡੀਓ ਲੈਣੀ ਹੋਵੇ ਪ੍ਰੋਗਰਾਮ ਦੀ, ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰੋ। ਇਹਨਾਂ ਦੇ ਜੋ ਪ੍ਰੋਗਰਾਮ ਹੈ ਸਾਰੇ ਬੱਚੇ ਜ਼ਰੂਰ ਦੇਖਿਆ ਕਰੋ। ਬੋਲੇ ਸੋ ਨਿਹਾਲ। ਪਰਮਜੀਤ ਸਿੰਘ ਭੁੱਲਰ ਦਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਇਹ ਹੈ ਜੀ ਇਹਨਾਂ ਵੀਰ ਵੱਲੋਂ ਜੋ ਆਪਣੇ ਮੁਕਾਬਲੇ ਦੇ ਪੋਸਟਰ ਨੇ, ਬੋਲੇ ਸੋ ਨਿਹਾਲ। ਸੋ ਜਿਹੜੇ ਆਪਣੇ ਮੁਕਾਬਲੇ ਦੇ ਪੋਸਟਰ ਬਣੇ ਸੀ ਉਹ ਇਹਨਾਂ ਵੀਰਾਂ ਵੱਲੋਂ ਫ੍ਰੀ ਸੇਵਾ ਕੀਤੀ ਗਈ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੱਚਿਆਂ ਤੱਕ ਇਹ ਮੈਸੇਜ ਪਹੁੰਚਾਇਆ, ਜਿਹਦੇ ਸਦਕਾ ਅੱਜ ਵੱਖ-ਵੱਖ ਨਗਰਾਂ ਵਿੱਚੋਂ ਆਪਣੇ ਪਿੰਡ ਵਿੱਚ ਬੱਚਿਆਂ ਨੇ ਭਾਗ ਲਿਆ ਆ ਕੇ। ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਬਾਬਾ ਸੁਖਦੇਵ ਸਿੰਘ ਜੀ, ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ। ਸੋ ਇਹਨਾਂ ਦੇ ਭਰਾ ਬਾਬਾ ਹਰਦੇਵ ਸਿੰਘ ਜੀ, ਉਹਨਾਂ ਨਾਲ ਵੀ ਸਾਡਾ ਬਹੁਤ ਪ੍ਰੇਮ ਪਿਆਰ ਹੈ, ਬਹੁਤ ਸੋਹਣਾ ਕੀਰਤਨ ਕਰਦੇ ਨੇ। ਸੋ ਕਾਫੀ ਲੰਬੇ ਸਮੇਂ ਤੋਂ ਇਹਨਾਂ ਨਾਲ ਵੀ ਅਸੀਂ ਜੁੜੇ ਹਾਂ, ਮਹਾਰਾਜ ਦੀ ਕਿਰਪਾ ਹੈ। ਸੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਬਾਬਾ ਸੁਖਦੇਵ ਸਿੰਘ ਜੀ। ਬੋਲੇ ਸੋ ਨਿਹਾਲ। ਗੁਰਮੀਤ ਸਿੰਘ ਹੁਣ ਗੁਰਮੀਤ ਸਿੰਘ, ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ। ਉਹਨਾਂ ਨੂੰ ਬੇਨਤੀ ਆਓ ਜੀ। ਸੁਖਵਿੰਦਰ ਸਿੰਘ ਸੁੱਖਾ ਸੁਖਵਿੰਦਰ ਸਿੰਘ ਸੁੱਖਾ, ਜਿਨ੍ਹਾਂ ਦੇ ਨਾਮ ਬੋਲੇ ਜਾ ਰਹੇ ਨੇ, ਆਈ ਜਾਓ ਭਾਈ ਸਨਮਾਨ ਲੈ ਲਓ ਆਪਣਾ। ਬੋਲੇ ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬਾਬਾ ਜੀ ਤੁਸੀਂ ਆਓ। ਕਾਕਾ ਜੀ ਬੋਲੇ ਬੋਲੇ ਸੋ ਨਿਹਾਲ। ਬਾਬਾ ਜੀ ਆ ਜਾਓ। ਬੋਲੇ ਸੋ ਨਿਹਾਲ। ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ। ਜਰਨੈਲ ਸਿੰਘ ਪੰਚ ਬੋਲੇ ਸੋ ਨਿਹਾਲ। ਬੀਬੀ ਅਮਰਜੀਤ ਕੌਰ, ਉਹਨਾਂ ਦੇ ਵੀ ਸਨਮਾਨ ਕੀਤਾ ਜਾਣਾ। ਉਹਨਾਂ ਨੇ ਇਸ ਸਮਾਗਮ ਲਈ ਕਿਸੇ ਟੁੱਟੇ ਹੋਏ ਨੂੰ ਗੁਰੂ ਨਾਲ ਜੋੜ ਸਕਦਾ ਹੈ। ਸੋ ਬਹੁਤ ਸੋਹਣੇ ਉਪਰਾਲੇ ਕਰਦੇ ਨੇ। ਬੋਲੇ ਸੋ ਨਿਹਾਲ। ਆ ਛੋਟਿਆਂ ਦੇ ਤੇ ਨਾਲ ਹੀ ਬੇਨਤੀ ਹੈ ਬੱਚਿਆਂ ਨੂੰ ਕਿ ਆਪਣਾ ਸਰਟੀਫਿਕੇਟ ਵੀ ਲੈ ਕੇ ਜਾਇਓ। ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੇ ਸਰਟੀਫਿਕੇਟ ਤੇ ਇੱਕ ਵਿਸ਼ੇਸ਼ ਸਨਮਾਨ ਹੈਗਾ ਜਿਨ੍ਹਾਂ ਦੇ ਸਦਕਾ ਅਸੀਂ ਇੱਥੇ ਆਏ ਹਾਂ, ਜਿਨ੍ਹਾਂ ਦੇ ਸਦਕਾ ਸਾਰਾ ਨਗਰ ਇਕੱਠਾ ਹੋਇਆ ਹੈ। ਉਹ ਵਿਸ਼ੇਸ਼ ਸਨਮਾਨ ਗੁਰਦੁਆਰਾ ਦੇ ਗ੍ਰੰਥੀ ਸਾਹਿਬ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਉਹਨਾਂ ਨੂੰ ਵੀ ਬੇਨਤੀ ਆਊਗੀ ਆਪਣਾ ਸਨਮਾਨ ਲਵੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ।
ਜਿਨ੍ਹਾਂ ਦੇ ਸਦਕਾ ਇਹ ਸਾਰਾ ਸਮਾਗਮ ਹੋ ਰਿਹਾ ਹੈ। ਬੋਲੇ ਤੇਰੇ ਵਾਲਾ ਥੋੜਾ ਚੱਲੂਗਾ ਇੱਥੇ ਚੱਲੂਗਾ ਸਾਂਝਾ ਬੋਲੇ ਸੋ ਬਹੁਤ ਬਹੁਤ ਧੰਨਵਾਦ ਨਗਰ ਦਾ। ਬੜਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ। ਕੋਸ਼ਿਸ਼ ਕਰਿਓ ਕਿ ਅੱਗੇ ਤੋਂ ਵੀ ਐਸੇ ਮੁਕਾਬਲੇ ਨਗਰ ਵਿੱਚ ਹੁੰਦੇ ਰਹਿਣ। ਜੋ ਇਹੋ ਜਿਹੇ ਮੁਕਾਬਲੇ ਉਪਰਾਲੇ ਇਦਾਂ ਦੇ ਹੋਣਗੇ ਤਾਂ ਆਪਣੇ ਬੱਚੇ ਸਦਾ ਲਈ ਗੁਰਸਿੱਖੀ ਨਾਲ ਜੁੜੇ ਰਹਿਣਗੇ। ਸੋ ਬੋਲਦਿਆਂ ਚੱਲਦਿਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਬੱਚੇ ਹਾਂ ਤੁਹਾਡੇ, ਅਣਜਾਣ ਬੱਚੇ ਜਾਣ ਕੇ ਬਖਸ਼ ਲੈਣਾ। ਕੋਟਾਨ ਕੋਟਾਨ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਸ ਭਾਗ ਭਰਾ ਸਮਰਾ ਬਖਸ਼ਿਸ਼ ਕੀਤਾ। ਕਿਉਂਕਿ ਕਰਨ ਵਾਲਾ ਕੋਈ ਮਨੁੱਖ ਨਹੀਂ ਹੁੰਦਾ, ਕਰਨ ਕਰਾਨ ਹਾਰ ਸੁਆਮੀ ਸਗਲ ਘਟਾ ਕਾ ਅੰਤਰਜਾਮੀ। ਉਹ ਵਾਹਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਹੀ ਸਾਰਾ ਕੁਝ ਕਰਾਉਂਦਾ ਹੈ। ਸੋ ਉਹਨਾਂ ਨੇ ਵਿਧ ਬਣਾਈ ਜਿਹਦੇ ਸਦਕਾ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਸੋ ਇੱਕ ਜਗਾਰਾ ਛੱਡਣਾ ਚਾਹੁੰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਲਈ, ਕਿਉਂਕਿ ਇਹਨਾਂ ਦਾ ਪ੍ਰੇਮ ਬਹੁਤ ਹੈ। ਇਹ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਮਨ ਨੂੰ। ਇਹਨਾਂ ਦੇ ਚੜ੍ਹਦੀ ਕਲਾ ਲਈ ਇੱਕ ਜਗਾਰਾ ਮੁਝੇ ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ ਪਾਦੇ ਪਾਦੇ ਕੋਈ ਸੋਨਿਹਾ ਵਾਹਿਗੁਰੂ